ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਬਿਹਾਗੜਾ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਜੋ ਬਿਹਾਗੜਾ ਕੀ ਵਾਰ ਦੀਆਂ 19 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। 20 ਔਰ 21 ਨੰਬਰ ਪੌੜੀ ਦੀ ਵਿਚਾਰ ਅਸੀਂ ਅੱਜ ਸਾਂਝੀ ਕਰਾਂਗੇ। ਔਰ 20 ਨੰਬਰ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 556 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਇੱਥੇ ਜਿੰਨ ਭੂਤ ਨੂੰ ਆਖਿਆ ਹੈ। ਜਿਵੇਂ ਜਿੰਨ, ਛੜੇਲ, ਭੂਤ, ਪ੍ਰੇਤ ਆਦਿਕ, ਤਾਂ ਉਹਨਾਂ ਭੂਤ ਪ੍ਰੇਤਾਂ ਦੇ ਵਿੱਚੋਂ ਹੀ ਇੱਕ ਜਿੰਨ ਮੰਨੀ ਹੋਈ ਚੀਜ਼ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਲੀ ਅੰਦਰ ਨਾਨਕਾ। ਕਲੀ ਦਾ ਮਤਲਬ ਕਲਯੁਗ। ਕਲਯੁਗ ਦਾ ਮਤਲਬ ਰੱਬ ਨਾਲੋਂ ਟੁੱਟੀ ਹੋਈ ਜਿਹੜੀ ਅਵਸਥਾ ਹੈ। ਜਦੋਂ ਬੰਦਾ ਸੱਚ ਨਾਲੋਂ, ਰੱਬ ਨਾਲੋਂ ਟੁੱਟ ਜਾਂਦਾ ਹੈ ਤਾਂ ਜਿਹੜੀ ਉਹਦੀ ਮਾਨਸਿਕਤਾ ਹੁੰਦੀ ਹੈ ਉਸ ਵਕਤ ਉਹ ਕਲਯੁਗ ਹੁੰਦੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਕਲੀ ਦਾ ਮਤਲਬ ਕਲਯੁਗ ਯਾਨੀ ਵਿਕਾਰੀ ਜੀਵਨ। ਵਿਕਾਰੀ ਜੀਵਨ ਵਿੱਚ ਰਹਿਣ ਵਾਲੇ ਮਨੁੱਖ ਨਹੀਂ, ਭੂਤ ਨੇ। ਅਵਤਾਰ ਦਾ ਮਤਲਬ ਅਵਤਾਰ ਲਿਆ ਹੈ, ਜੰਮੇ ਨੇ। ਯਾਨੀ ਵਿਕਾਰੀ ਜੀਵਨ ਦੇ ਅੰਦਰ ਰਹਿਣ ਵਾਲੇ ਮਨੁੱਖ ਨਹੀਂ, ਉਹ ਭੂਤ ਨੇ, ਜੰਮੇ ਨੇ, ਉਹ ਭੂਤ ਨੇ। ਪੁੱਤ ਜਨੂਰਾ, ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਜਿਹੜਾ ਪੁੱਤਰ ਹੈ, ਜੇ ਉਹ ਸੱਚ ਨਾਲੋਂ ਟੁੱਟਿਆ ਹੈ, ਰੱਬ ਨਾਲੋਂ ਟੁੱਟਿਆ ਹੈ, ਤਾਂ ਉਹ ਜਿੰਨ ਹੈ, ਭੂਤ ਹੈ। ਧੀ ਜਨੂਰੀ, ਤੇ ਜੇਕਰ ਕੋਈ ਧੀ ਸੱਚ ਨਾਲੋਂ ਟੁੱਟੀ ਹੈ ਤਾਂ ਉਹ ਧੀ ਜਿਹੜੀ ਹੈ ਉਹ ਭੂਤਨੀ ਹੈ। ਜੋਰੂ ਜਿਨ੍ਹਾਂ ਦਾ ਸਿਕਦਾਰ। ਜੋਰੂ ਦਾ ਮਤਲਬ ਔਰਤ, ਸਿਕਦਾਰ ਦਾ ਮਤਲਬ ਸਰਦਾਰ, ਹਾਕਮ, ਆਗੂ। ਤੇ ਜੇ ਔਰਤ ਸੱਚ ਦੇ ਨਾਲੋਂ ਟੁੱਟੀ ਹੈ ਤਾਂ ਉਹ ਜਿੰਨੇ ਵੀ ਵਿਕਾਰੀ ਜੀਵਨ ਵਾਲੇ ਨੇ, ਭੂਤਨੇ ਨੇ, ਉਹਨਾਂ ਸਾਰਿਆਂ ਭੂਤਨਿਆਂ ਦੀ ਉਹ ਸਰਦਾਰ ਹੈ। ਯਾਨੀ ਸੱਚ ਨਾਲੋਂ ਟੁੱਟ ਕੇ ਵਿਕਾਰੀ ਜ਼ਿੰਦਗੀ ਜੀਣ ਵਾਲਾ ਬੰਦਾ ਭੂਤਨਾ ਹੈ। ਸੱਚ ਨਾਲੋਂ ਟੁੱਟ ਕੇ ਵਿਕਾਰੀ ਜ਼ਿੰਦਗੀ ਵਾਲੀ ਧੀ ਭੂਤਨੀ ਹੈ, ਪੁੱਤਰ ਭੂਤਨਾ ਹੈ। ਔਰ ਸੱਚ ਨਾਲੋਂ ਟੁੱਟ ਕੇ ਵਿਕਾਰੀ ਜ਼ਿੰਦਗੀ ਜੀਣ ਵਾਲੀ ਔਰਤ ਜਿਹੜੀ ਹੈ ਉਹ ਇਹਨਾਂ ਸਾਰਿਆਂ ਦੀ ਸਰਦਾਰ ਹੈ, ਆਗੂ ਹੈ। ਮਹਿਲਾ ਪਹਿਲਾ। ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ। ਮੂਲੇ ਦਾ ਮਤਲਬ ਉੱਕਾ ਹੀ, ਅਖੁੱਟੀ ਜਾਹੀ ਦਾ ਮਤਲਬ ਖੁੰਝੇ ਜਾ ਰਹੇ ਨੇ। ਜੋ ਹਿੰਦੂ ਵੀਰ ਨੇ ਉਹ ਰੱਬ ਨਾਲੋਂ ਟੁੱਟੇ ਹੋਏ ਨੇ ਔਰ ਖੁੰਝੇ ਜਾ ਰਹੇ ਨੇ। ਭਾਵ ਸੱਚ ਦਾ ਜਿਹੜਾ ਰਾਸਤਾ ਹੈ ਰੱਬ ਦਾ, ਉਸ ਰਾਹ ਤੋਂ ਖੁੰਝੇ ਹੋਏ। ਭੁੱਲੇ ਜਾਹੀ ਦਾ ਮਤਲਬ ਖੁੰਝੇ ਹੋਏ। ਨਾਰਦ ਕਹਿਆ ਸੇ ਪੂਜ ਕਰਾਹੀ। ਜੋ ਨਾਰਦ ਨੇ ਆਖਿਆ ਹੈ ਉਹੀ ਪੂਜਾ ਕਰਦੇ ਨੇ। ਭਾਵ ਕਿ ਉਹ ਮੂਰਤੀ ਪੂਜਾ ਆਦਿ ਕਰਦੇ ਨੇ, ਨਾਰਦ ਦੀ ਭਗਤੀ ਕਰਦੇ ਨੇ। ਅੰਧੇ ਗੂੰਗੇ ਅੰਧ ਅੰਧਾਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਅੰਨੇ ਨੇ, ਗੂੰਗੇ ਨੇ, ਉਹਨਾਂ ਵਾਸਤੇ ਸੰਸਾਰ ਜਿਹੜਾ ਹੈ ਘੁੱਪ, ਹਨੇਰਾ ਹੀ ਬਣਿਆ ਰਿਹਾ ਹੈ। ਇਹਨਾਂ ਅੰਨਿਆਂ ਗੂੰਗਿਆਂ ਵਾਸਤੇ ਹਨੇਰਾ ਘੁੱਪ ਬਣਿਆ ਪਿਆ ਹੈ। ਭਾਵ ਸਹੀ ਰਾਸਤੇ ਤੇ ਚੱਲ ਕੇ ਪ੍ਰਭੂ ਦੇ ਗੁਣ ਨਹੀਂ ਗਾਉਂਦੇ। ਤਾਂ ਜਿਹੜਾ ਬੰਦਾ ਸਾਰਿਆਂ ਦੇ ਅੰਦਰ ਇੱਕ ਰੱਬ ਦੀ ਜੋਤ ਨੂੰ ਨਹੀਂ ਵੇਖਦਾ, ਕਿਸੇ ਨੂੰ ਉੱਚੀ ਨੀਵੀਂ ਜਾਤ ਦਾ ਵੇਖਦਾ ਹੈ, ਤਾਂ ਉਹਨੂੰ ਅੰਨਾ ਹੀ ਕਹਿਣਾ ਪਵੇਗਾ। ਕਿਉਂਕਿ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸੇ ਹੀ ਨਾਨਕਾ ਜੇ ਖਸਮੁਖ ਉੱਥੇ ਜਾਹੇ। ਅਸਲੀ ਅੰਨੇ ਉਹੀ ਨੇ ਜੋ ਸੱਚ ਦੇ ਰਾਸਤੇ ਤੋਂ ਖੁੰਝ ਗਏ ਨੇ। ਤੇ ਗੂੰਗੇ, ਹੁਣ ਗੂੰਗਾ ਕੌਣ ਹੈ? ਇੱਕ ਤਾਂ ਉਹ ਜਿਹੜਾ ਜ਼ਬਾਨ ਤੋਂ ਬੋਲ ਨਹੀਂ ਸਕਦਾ, ਉਹ ਤਾਂ ਵਿਚਾਰਾ ਹੈ ਹੀ ਗੂੰਗਾ। ਲੇਕਿਨ ਅਸਲ ਗੂੰਗਾ ਉਹ ਹੈ ਜੋ ਸੱਚ ਦੀ ਗੱਲ ਨਹੀਂ ਕਰਦਾ, ਜੋ ਰੱਬੀ ਗੁਣਾਂ ਦੀ ਗੱਲ ਨਹੀਂ ਕਰਦਾ, ਜਿਸ ਦੀ ਜ਼ਬਾਨ ਤੇ ਸੱਚ ਨਹੀਂ, ਜਿਸ ਦੀ ਜ਼ਬਾਨ ਤੇ ਪਿਆਰ ਦੇ ਬੋਲ ਨਹੀਂ, ਉਹ ਗੂੰਗਾ ਹੀ ਹੈ। ਤੇ ਅੰਧ ਅੰਧਾਰ ਦਾ ਮਤਲਬ ਘੁੱਪ, ਹਨੇਰੇ ਦੇ ਵਿੱਚ ਪਿਆ ਹੋਇਆ ਉਹ ਬੰਦਾ ਜੋ ਸੱਚ ਨੂੰ ਛੱਡ ਕੇ ਤੇ ਵਿਕਾਰੀ ਕਰਮ ਕਮਾਈ ਜਾ ਰਿਹਾ ਹੈ, ਉਹ ਘੁੱਪ ਹਨੇਰੇ ਵਿੱਚ ਹੈ। ਔਰ ਜੋ ਸੱਚੀ ਕਿਰਤ ਨੂੰ ਛੱਡ ਕੇ
ਗੁਣਾਂ ਨੂੰ ਛੱਡ ਕੇ, ਰੱਬੀ ਹੁਕਮ ਨੂੰ ਛੱਡ ਕੇ ਤੇ ਆ ਕਰਮ ਕਾਂਡਾਂ ਦੇ ਚੱਕਰ ਦੇ ਅੰਦਰ ਪਿਆ ਹੋਇਆ ਹੈ, ਉਹ ਅੰਧ ਅੰਧਾਰ ਹੀ ਹੈ, ਉਹ ਅਗਿਆਨੀ ਅੰਧਾ ਅਗਿਆਨਤਾ ਵਾਲੇ ਕਰਮ ਕਰ ਰਿਹਾ ਹੈ। ਪਾਥਰ ਲਈ ਪੂਜੇ ਮੁਗਧ ਗਵਾਰ, ਮੁਗਧ ਔਰ ਗਵਾਰ ਨੇ ਉਹ ਲੋਕ ਜੋ ਪੱਥਰ ਲੈ ਕੇ ਪੱਥਰ ਦੀ ਪੂਜਾ ਕਰ ਰਹੇ ਨੇ। ਉਹ ਲੋਕ ਜੋ ਪੱਥਰ ਲੈ ਕੇ ਪੱਥਰ ਦੀ ਪੂਜਾ ਕਰ ਰਹੇ ਨੇ, ਮੁਗਧ ਨੇ, ਗਵਾਰ ਨੇ, ਭਾਵ ਜੀਵਨ ਦੇ ਸਹੀ ਰਾਸਤੇ ਤੋਂ ਖੁੰਝੇ ਹੋਏ ਨੇ। ਉਹੇ ਜਾਂ ਆਪ ਡੁੱਬੇ ਤੁਮ ਕਹਾਂ ਤਾਰਨਹਾਰ, ਉਹੇ ਦਾ ਮਤਲਬ ਉਹ ਪੱਥਰ ਆਪ ਡੁੱਬੇ, ਉਹ ਪੱਥਰ ਜੋ ਆਪ ਪਾਣੀ ਵਿੱਚ ਡੁੱਬ ਜਾਂਦਾ ਹੈ। ਤੁਮ ਕਹਾਂ ਤਾਰਨਹਾਰ, ਉਹ ਤੁਹਾਨੂੰ ਕਿਵੇਂ ਤਾਰ ਸਕਦਾ ਹੈ। ਭਾਵ ਕਿ ਪੱਥਰ ਪੂਜਾ ਕਰਨ ਦੇ ਨਾਲ ਕਦੇ ਵੀ ਮਨੁੱਖ ਦੀ ਵਿਕਾਰਾਂ ਤੋਂ ਖੁਲਾਸੀ ਨਹੀਂ ਹੁੰਦੀ, ਆਤਮਕ ਮੌਤੋਂ ਨਹੀਂ ਬਚਦਾ। ਉਹ ਇਸ ਦੁਨੀਆ ਦੇ ਵਿੱਚ ਵਿਕਾਰਾਂ ਦੇ ਸਾਗਰ ਵਿੱਚ ਡੁੱਬ ਜਾਂਦਾ ਹੈ, ਆਤਮਕ ਮੌਤ ਤੇ ਮਰ ਜਾਂਦਾ ਹੈ। ਪੌੜੀ ਸਭ ਕਿਉ ਤੇਰੇ ਵਸ ਹੈ, ਤੂੰ ਸੱਚਾ ਸ਼ਾਹ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ ਤੂੰ ਸੱਚਾ ਸ਼ਾਹ ਹੈ ਤੇ ਸਭ ਕੁਝ ਤੇਰੇ ਅਖਤਿਆਰ ਵਿੱਚ ਹੈ, ਤੇਰੇ ਵਸ ਵਿੱਚ ਹੈ। ਤੇਰੇ ਵਸ ਵਿੱਚ ਦਾ ਮਤਲਬ ਤੇਰੇ ਹੁਕਮ ਦੇ ਅੰਦਰ ਹੈ। ਤਾਂ ਜੋ ਵੀ ਇਸ ਦੁਨੀਆ ਦੇ ਅੰਦਰ ਵਾਪਰ ਰਿਹਾ ਹੈ, ਉਹ ਕੁਦਰਤੀ ਨੇਮਾਂ ਦੇ ਅੰਦਰ ਵਾਪਰ ਰਿਹਾ ਹੈ, ਰੱਬੀ ਹੁਕਮ ਦੇ ਅੰਦਰ ਵਾਪਰ ਰਿਹਾ ਹੈ। ਰੱਬੀ ਰਜ਼ਾ ਹੁਕਮ ਭਾਣੇ ਤੋਂ ਬਾਹਰ ਇਸ ਦੁਨੀਆ ਦੇ ਅੰਦਰ ਕੁਝ ਵੀ ਨਹੀਂ ਵਾਪਰਦਾ। ਤਾਂ ਇਹ ਪ੍ਰਭੂ ਤੂੰ ਸੱਚਾ ਹੈ, ਸਾਰਾ ਕੁਝ ਤੇਰੇ ਵਸ ਵਿੱਚ ਹੈ, ਤੂੰ ਹੀ ਸੱਚਾ ਸ਼ਾਹ ਹੈ, ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਭਗਤ ਰਤੇ ਰੰਗ ਏਕ ਕੈ ਪੂਰਾ ਵੇਸਾ, ਵੇਸਾ ਦਾ ਮਤਲਬ ਵਿਸ਼ਵਾਸ, ਯਕੀਨ, ਭਰੋਸਾ। ਰੰਗ ਦਾ ਮਤਲਬ ਪ੍ਰੇਮ ਵਿੱਚ। ਭਗਤ ਰਤੇ ਰੰਗ ਏਕ ਕੈ, ਜੋ ਭਗਤ ਨੇ ਪ੍ਰਭੂ ਦੇ ਪਿਆਰੇ ਨੇ, ਉਹ ਇੱਕ ਪ੍ਰਭੂ ਦੇ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ ਤੇ ਉਹਨਾਂ ਨੂੰ ਆਪਣੇ ਪ੍ਰਭੂ ਦੇ ਹੁਕਮ ਦੇ ਉੱਤੇ ਪੂਰਾ ਵਿਸ਼ਵਾਸ ਹੈ, ਪੂਰਾ ਯਕੀਨ ਹੈ। ਉਹ ਇੱਕ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਉਹੀ ਭਗਤ ਨੇ। ਜਿਵੇਂ ਅਸੀਂ ਬੇਨਤੀ ਕੀਤੀ ਹੈ, ਬਾਬਾ ਫਰੀਦ ਜੀ ਦਾ ਸ਼ਲੋਕ ਅਸੀਂ ਕਰੀਬ ਸਾਰਿਆਂ ਨੇ ਯਾਦ ਕਰ ਹੀ ਲਿਆ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਜੋ ਗਿਆਨ ਹੁੰਦਿਆਂ ਹੋਇਆਂ ਵੀ ਆਪਣੇ ਗਿਆਨ ਦੀ ਨਜਾਇਜ਼ ਵਰਤੋਂ ਨਹੀਂ ਕਰਦਾ, ਕਿਸੇ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰਦਾ, ਮਿਸਗਾਈਡ ਨਹੀਂ ਕਰਦਾ। ਜੋ ਤਾਕਤ ਦੇ ਹੁੰਦਿਆਂ ਆਪਣੀ ਤਾਕਤ ਦੀ ਨਜਾਇਜ਼ ਵਰਤੋਂ ਨਹੀਂ ਕਰਦਾ, ਅਤਿਆਚਾਰ ਨਹੀਂ ਕਰਦਾ। ਔਰ ਕੁਝ ਕੋਲ ਨਾ ਹੁੰਦਿਆਂ ਵੀ, ਭਾਵ ਘੱਟ ਸਾਧਨ ਹੁੰਦਿਆਂ ਵੀ, ਕਿਸੇ ਦੇ ਦੁੱਖ ਤਕਲੀਫ ਦੇ ਅੰਦਰ ਉਹ ਹੱਥ ਵੰਡਾਉਂਦਾ ਹੈ, ਦੁੱਖ ਤਕਲੀਫ ਅੰਦਰ ਸਾਥ ਦਿੰਦਾ ਹੈ, ਸਹਿਯੋਗ ਕਰਦਾ ਹੈ, ਵੰਡ ਕੇ ਛਕਦਾ ਹੈ। ਐਸੇ ਇਨਸਾਨ ਭਗਤ ਅਖਵਾਨ ਦੇ ਹੱਕਦਾਰ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਰੱਬ ਦੇ ਪਿਆਰੇ ਨੇ, ਉਹ ਰੱਬੀ ਪ੍ਰੇਮ ਦੇ ਅੰਦਰ ਰੰਗੇ ਹੋਏ ਨੇ ਔਰ ਉਹਨਾਂ ਨੂੰ ਰੱਬ ਦੇ ਉੱਤੇ, ਰੱਬੀ ਹੁਕਮ ਦੇ ਉੱਤੇ ਪੂਰਾ ਵਿਸ਼ਵਾਸ ਹੈ ਕਿ ਰੱਬੀ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਹੈ। ਅੰਮ੍ਰਿਤ ਭੋਜਨ ਨਾਮ ਹਰ, ਰੱਜ ਰੱਜ ਜਨ ਖਾਹ। ਉਹ ਦਾਸ ਜੋ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ। ਨਾਮ ਦਾ ਮਤਲਬ ਹੁਕਮ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ, ਰੱਜ ਰੱਜ ਜਨ ਖਾਹ ਦਾ ਮਤਲਬ ਰੱਜ ਰੱਜ ਕੇ ਖਾਂਦੇ ਨੇ, ਭਾਵ ਵਰਤਦੇ ਨੇ। ਉਹ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦੇ ਨੇ, ਰੱਬੀ ਗੁਣਾਂ ਦੇ ਉਤਾਰਨੀ ਹੁੰਦੇ ਨੇ, ਉਹਨਾਂ ਨੂੰ ਆਤਮਿਕ ਜੀਵਨ ਮਿਲਦਾ ਹੈ ਔਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸੰਤੁਸ਼ਟੀ ਹੈ, ਸੰਤੋਖ ਹੈ, ਖੁਸ਼ੀ ਔਰ ਪ੍ਰਸੰਨਤਾ ਹੁੰਦੀ ਹੈ, ਕਿਉਂਕਿ ਉਹ ਪ੍ਰਭੂ ਦੇ ਨਾਮ ਅੰਮ੍ਰਿਤ ਨੂੰ, ਭਾਵ ਆਤਮਿਕ ਜੀਵਨ ਦੇਣ ਵਾਲੇ ਹੁਕਮ ਨੂੰ ਸਮਝਦੇ ਨੇ ਔਰ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦੇ ਨੇ। ਇਸ ਲਈ ਉਹਨਾਂ ਦੀ ਜ਼ਿੰਦਗੀ ਅੰਦਰ ਸੰਤੁਸ਼ਟੀ ਔਰ ਰਜੇਵਾਂ ਬਣਿਆ ਰਹਿੰਦਾ ਹੈ। ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹ, ਲਾਹ ਦਾ ਮਤਲਬ ਲਾਭ, ਪਾਈਨ ਦਾ ਮਤਲਬ ਮਿਲਦੇ ਨੇ। ਸਭ ਪਦਾਰਥ ਪਾਈਨ, ਸਾਰੇ ਪਦਾਰਥ ਉਹਨਾਂ ਨੂੰ ਮਿਲਦੇ ਨੇ। ਕਿਹਨਾਂ ਨੂੰ? ਸਿਮਰਨ ਸੱਚ ਲਾਹ, ਸਿਮਰਨ ਦਾ ਮਤਲਬ ਯਾਦ, ਲਾਹ ਦਾ ਮਤਲਬ ਲਾਹਾ। ਉਹ ਸਿਮਰਨ ਰੂਪ ਸੱਚਾ ਲਾਹਾ ਖੱਟਦੇ ਨੇ। ਸਿਮਰਨ ਸੱਚ ਲਾਹ, ਸਿਮਰਨ ਦਾ ਮਤਲਬ ਯਾਦ। ਉਹ ਰੱਬੀ ਗੁਣਾਂ ਨੂੰ ਹਮੇਸ਼ਾ ਆਪਣੀ ਯਾਦ ਦੇ ਅੰਦਰ ਵਸਾਈ ਰੱਖਦੇ ਨੇ। ਉਹਨਾਂ ਦੀ ਸੁਰਤ ਦੇ ਅੰਦਰ ਝੂਠ ਫਰੇਬ ਕਦੇ ਵੀ ਨਹੀਂ ਹੁੰਦਾ। ਉਹਨਾਂ ਦੀ ਸੁਰਤ, ਉਹਨਾਂ ਦੀ ਮਾਨਸਿਕਤਾ ਦੇ ਅੰਦਰ ਹਮੇਸ਼ਾ ਹੀ ਸ਼ੁਭ ਗੁਣ ਨੇ ਔਰ ਇਹਨਾਂ ਸ਼ੁਭ ਗੁਣਾਂ ਦਾ ਉਹ ਲਾਭ ਖੱਟਦੇ ਨੇ, ਕਿਉਂਕਿ ਇਹਨਾਂ ਸ਼ੁਭ ਗੁਣਾਂ ਦੇ ਬਦਲੇ ਉਹਨਾਂ ਨੂੰ ਸਾਰੇ ਪਦਾਰਥ, ਸਾਰੇ ਸੁੱਖ ਮਿਲਦੇ ਨੇ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਸੁੱਖਾਂ ਦੀ ਉਹ ਦਾਤ ਹਾਸਲ ਕਰਦੇ ਨੇ ਜੋ ਸੱਚੇ ਗੁਣਾਂ ਨੂੰ ਆਪਣੀ ਯਾਦ ਵਿੱਚ ਟਿਕਾ ਕੇ ਰੱਖਦੇ ਨੇ।
संत प्यारे पार ब्रह्म, नानक हर अगम अगाह। अगम अगाह ਦਾ ਮਤਲਬ, ਅਗਾਹ ਦਾ ਮਤਲਬ ਹੁੰਦਾ ਹੈ ਡੂੰਘਾ, ਡੂੰਘਾ, ਅਗਾਧ, ਜਿਸ ਦੀ ਡੂੰਘਾਈ ਦਾ ਪਤਾ ਨਾ ਲੱਗੇ, ਅਥਾ। ਤੇ ਅਗੰਮ ਦਾ ਮਤਲਬ ਅਪਹੁੰਚ। हे ਨਾਨਕ, ਜੋ ਪਾਰ ਬ੍ਰਹਮ ਪਹੁੰਚ ਤੋਂ ਪਰੇ ਹੈ, ਅਗੰਮ ਹੈ, ਸਾਡੀ ਪਹੁੰਚ ਤੋਂ ਪਰੇ ਹੈ। ਅਗਾਧ ਦਾ ਮਤਲਬ ਜੋ ਡੂੰਘਾ ਗਹਿਰਾ ਸਾਗਰ ਹੈ ਗੁਣਾਂ ਦਾ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਜਨ ਕਰਨ ਵਾਲੇ ਪਿਆਰੇ, ਭਜਨ ਕਰਨ ਵਾਲੇ ਯਾਨੀ ਰੱਬੀ ਗੁਣਾਂ ਨੂੰ ਗਾਣ ਵਾਲੇ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨ ਵਾਲੇ ਉਸ ਪ੍ਰਭੂ ਪਰਮਾਤਮਾ ਦੇ ਪਿਆਰੇ ਨੇ, ਉਹ ਰੱਬ ਦੇ ਪਿਆਰੇ ਨੇ। ਜਿਹੜਾ ਪ੍ਰਭੂ ਅਗੰਮ ਹੈ, ਜਿਹੜਾ ਅਥਾਹ ਹੈ, ਰੱਬੀ ਗੁਣ ਗਾਣ ਵਾਲੇ ਦਾਸ ਉਸ ਰੱਬ ਦੇ ਪਿਆਰੇ ਨੇ, ਉਹਦੇ ਨਾਲ ਪਿਆਰ ਕਰਦੇ ਨੇ ਔਰ ਰੱਬੀ ਪਿਆਰ ਦੇ ਪਾਤਰ ਬਣਦੇ। ਸ਼ਲੋਕ ਮਹਿਲਾ ਤੀਜਾ। ਸਭ ਕਿਛ ਹੁਕਮੇ ਆਮਦਾ, ਸਭ ਕਿਛ ਹੁਕਮੇ ਜਾਏ। ਹਰੇਕ ਚੀਜ਼ ਪ੍ਰਭੂ ਦੇ ਹੁਕਮ ਵਿੱਚ ਆਉਂਦੀ ਹੈ ਔਰ ਹਰ ਸ਼ੈ ਹੁਕਮ ਦੇ ਅੰਦਰ ਚਲੀ ਜਾਂਦੀ ਹੈ, ਭਾਵ ਖਤਮ ਹੋ ਜਾਂਦੀ ਹੈ। ਹਰ ਸ਼ੈ, ਜੀਵ ਜੰਤ ਆਦਿਕ ਹੋਰ ਮਨੁੱਖ ਮਾਤਰ ਜੋ ਕੁਝ ਵੀ ਇਸ ਦੁਨੀਆ ਵਿੱਚ ਪੈਦਾ ਹੋਇਆ ਹੈ, ਉਹ ਹੁਕਮ ਦੇ ਵਿੱਚ ਪੈਦਾ ਹੋਇਆ ਹੈ ਔਰ ਉਹ ਹੁਕਮ ਦੇ ਅੰਦਰ ਹੀ ਖਤਮ ਹੋ ਜਾਏਗਾ। ਜੋ ਚੀਜ਼ ਜੰਮੀ ਹੈ ਹੁਕਮ ਵਿੱਚ ਔਰ ਹੁਕਮ ਦੇ ਵਿੱਚ ਹੀ ਉਹ ਮਰ ਜਾਏਗੀ। ਮੇਰਾ ਜਨਮ ਕਿਸੇ ਹੁਕਮ ਵਿੱਚ ਹੋਇਆ ਹੈ, ਕੁਦਰਤੀ ਨੇਮਾਂ ਅੰਦਰ। ਤੇ ਉਹ ਜੋ ਹੁਕਮ ਹੈ, ਕੁਦਰਤੀ ਨੇਮ ਨੇ, ਉਹਨਾਂ ਦੇ ਵਿੱਚ ਹੀ ਮੈਂ ਵੱਧ ਫੁੱਲਿਆ ਰਿਹਾ ਹਾਂ। ਉਹਨਾਂ ਨੇਮਾਂ ਵਿੱਚ ਹੀ ਹੁਣ ਸਰੀਰ ਬੁਢੇਪੇ ਵੱਲ ਜਾ ਰਿਹਾ ਹੈ ਔਰ ਉਹਨਾਂ ਨੇਮਾਂ ਦੇ ਅੰਦਰ ਹੀ ਇਹ ਸਰੀਰ ਦੀ ਇੱਕ ਦਿਨ ਮੌਤ ਹੋ ਜਾਏਗੀ। ਯਾਨੀ ਜਨਮ ਮਰਨ ਇਹ ਸਭ ਕੁਛ ਰੱਬੀ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਨਹੀਂ ਹੈ। ਜੇ ਕੋ ਮੂਰਖ ਆਪਹੁ ਜਾਣੈ, ਅੰਧਾ ਅੰਧ ਕਮਾਏ। ਆਪਹੁ ਜਾਣੇ ਦਾ ਮਤਲਬ ਆਪਣੇ ਆਪ ਨੂੰ ਵੱਡਾ ਸਮਝੇ। ਜੇ ਕੋਈ ਮੂਰਖ ਆਪਣੇ ਆਪ ਨੂੰ ਵੱਡਾ ਸਮਝ ਲੈਂਦਾ, ਜੇ ਕੋਈ ਮੂਰਖ ਬੰਦਾ ਇਹ ਸਮਝੇ ਕਿ ਮੈਂ ਰੱਬ ਦੇ ਹੁਕਮ ਤੋਂ ਉਲਟ ਕੁਛ ਕਰ ਸਕਦਾ ਹਾਂ, ਤਾਂ ਗੁਰੂ ਜੀ ਕਹਿੰਦੇ ਨੇ ਇਹ ਮੂਰਖਤਾ ਹੋਏਗੀ, ਇਹ ਅਗਿਆਨਤਾ ਹੋਏਗੀ, ਕਿਉਂਕਿ ਨੇਮਾਂ ਤੋਂ ਬਾਹਰ ਕੁਛ ਕੀਤਾ ਨਹੀਂ ਜਾ ਸਕਦਾ। ਰੱਬੀ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਹਾਂ, ਰੱਬੀ ਹੁਕਮ ਦੇ ਅੰਦਰ ਜੋ ਕੁਦਰਤ ਦੀ ਨਿਯਮਾਵਲੀ ਹੈ, ਉਹਦੇ ਅੰਦਰ ਬਹੁਤ ਕੁਛ ਹੋ ਸਕਦਾ ਹੈ, ਬਹੁਤ ਕੁਛ ਕੀਤਾ ਗਿਆ ਹੈ, ਬਹੁਤ ਕੁਛ ਕੀਤਾ ਜਾਏਗਾ, ਪਰ ਉਹ ਸਾਰੇ ਦਾ ਸਾਰਾ ਕਿਸੇ ਨਿਯਮ ਨਿਯਮਾਵਲੀ ਦੇ ਵਿੱਚ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋਈ ਬੰਦਾ ਇਹ ਗੱਲ ਕਹੇ ਕਿ ਮੈਂ ਰੱਬੀ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ, ਉਹ ਮੂਰਖ ਹੈ ਔਰ ਉਹ ਸਾਰਾ ਜਿਹੜਾ ਕੰਮ ਕਰ ਰਿਹਾ ਹੈ, ਅੰਨਿਆਂ ਵਾਲਾ ਕੰਮ ਕਰ ਰਿਹਾ ਹੈ, ਅਗਿਆਨਤਾ ਵਾਲੇ ਕਰਮ ਕਰ ਰਿਹਾ ਹੈ। ਅਗਿਆਨਤਾ ਭਰੀ ਉਹਦੀ ਸੋਚ, ਉਹਦੇ ਬੋਲ ਔਰ ਉਹਦਾ ਬਿਹੇਵੀਅਰ ਹੈ। ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸ ਨੂੰ ਕਿਰਪਾ ਕਰੇ ਰਜ਼ਾਏ। ਇਹਨੂੰ ਬੁਝੈ ਨਹੀਂ ਬੋਲਣਾ, ਬੱਬੇ ਤੇ ਅੱਧਕ ਲਾ ਕੇ ਬੁੱਝੈ। ਰਜ਼ਾਏ ਦਾ ਮਤਲਬ ਰਜ਼ਾ ਵਿੱਚ, ਹੁਕਮ ਨਾਲ। ਜਿਸ ਮਨੁੱਖ ਤੇ ਆਪਣੀ ਰਜ਼ਾ ਵਿੱਚ ਕਿਰਪਾ ਕਰਦਾ ਹੈ, ਉਹ ਕੋਈ ਵਿਰਲਾ ਹੁਕਮ ਦੀ ਪਹਿਚਾਨ ਕਰਦਾ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਯਾਨੀ ਰੱਬੀ ਰਹਿਮਤ ਦੇ ਅੰਦਰ ਗੁਰੂ ਦੇ ਜ਼ਰੀਏ ਰੱਬੀ ਹੁਕਮ ਦੀ ਪਹਿਚਾਨ ਹੋਏਗੀ। ਯਾਨੀ ਜੋ ਰੱਬ ਦਾ ਹੁਕਮ ਹੈ, ਨਿਯਮ ਹੈ, ਨਿਯਮਾਵਲੀ ਹੈ, ਗੁਣ ਨੇ, ਰੱਬ ਦੀ ਹੋਂਦ ਹੈ, ਉਹਦੇ ਬਾਰੇ ਸਮਝ ਜਿਹੜੀ ਹੈ ਉਹ ਗੁਰੂ ਤੋਂ ਮਿਲੇਗੀ, ਗੁਰੂ ਦੇ ਗਿਆਨ ਰਾਹੀਂ ਮਿਲੇਗੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਏ, ਅਸੀਂ ਸਚਿਆਰ ਹੋ ਰੱਬ ਦੇ ਵਿੱਚ ਮਿਲ ਜਾਈਏ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਹੁਕਮ ਵਿੱਚ ਤੁਰਨਾ। ਤੇ ਜੋ ਹੁਕਮ ਦੀ ਸੂਝ ਔਰ ਸਮਝ ਹੈ ਉਹ ਗੁਰੂ ਰਾਹੀਂ ਹੋਏਗੀ। ਇਸ ਲਈ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤਾਂ ਗੁਰੂ ਗਿਆਨ ਰਾਹੀਂ ਰਜ਼ਾ ਦੇ ਅੰਦਰ ਰੱਬੀ ਹੁਕਮ ਦੀ ਸਮਝ ਆਉਂਦੀ ਹੈ। ਐਸੇ ਵਿਰਲੇ ਇਨਸਾਨ ਨੇ, ਕੁਛ ਵਿਰਲੇ ਨੇ, ਥੋੜੇ ਨੇ, ਜੋ ਲੋਕ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਹੁਕਮ ਅਨੁਸਾਰ ਜ਼ਿੰਦਗੀ ਜੀਂਦੇ ਨੇ। ਮਹਿਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ, ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਨਾਮ ਦਾ ਮਤਲਬ ਹੁਕਮ, ਪ੍ਰਾਪਤ ਹੋਏ ਦਾ ਮਤਲਬ ਪ੍ਰਾਪਤ ਹੁੰਦਾ ਹੈ, ਜ਼ਿੰਦਗੀ ਮਿਲਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਨੂੰ ਸਤਿਗੁਰ ਦੇ ਸਨਮੁਖ ਹੋ ਕੇ ਹੁਕਮ ਦੀ ਸੂਝ ਆਉਂਦੀ ਹੈ, ਹੁਕਮ ਦੀ ਪ੍ਰਾਪਤੀ ਹੁੰਦੀ ਹੈ,
समझो वो सच्चा जोगी है। उन्हें जीवन की सही जुगती समझ ली है। जुगत का मतलब जीवन की जुगती, वे ऑफ लाइफ, जिसनों गुरु की शरण विच आके गुरु दे राही रब्बी हुक्म की समझ पैंदी है। असली जोगी जुड़िया हुआ रब दे नाल वो है, और वो जीवन की सही जुगती हासिल करता है। ਉਹਦੇ जीवन की जुगती उच्ची और महान हो जाती है। तिस जोगी की नगरी सब को वसै, भेखी जोग ना होए। तिस जोगी की नगरी, इत्थे नगरी का मतलब है नगर विच, यानी शरीर दे अंदर। यह शरीर एक नगर है, शरीर नूं इत्थे नगर कह रहे। तिस जोगी की नगरी सब को वसै, सब को दा मतलब सारे ਉਹਦੇ नगर दे विच वसते ने। सारे शुभ गुण, सत संतोख दया धर्म धीरज ज्ञान वैराग निम्रता सेवा प्रेम कुर्बानी आदि जिन्ने भी सारे गुण ने ना, उस जुड़े हुए बंदे दे शरीर विच वसते ने, उहदे जीवन विच वसते ने। भेखी जोग ना हुए, पर सिर्फ भेख करके जोगी बनने वाला कदे रब दा मिलाप हासिल नहीं करता। कि जे कोई भेख धारण कर ले, जोगियां वाले कपड़े पा ले, जोगियां वाले कपड़े पा ले, कन्ना विच मुंदरा पा ले, ते भेख धारण दे नाल ही जे कोई कहे कि मेरा रब नाल मिलाप हो जाए, तां ऐसा नहीं है, ऐसा कदे भी नहीं होना। ते ये गल जोगी दी तां है ही है। ये आम धार्मिक बंदे ते यही गल ढुकदी है कि जे कोई बंदा ये चाहे कि मैं धार्मिक पहनावा पहन लवां, अपने धर्म दे चिन्ह धारण कर लवां, धार्मिक पहनावा पहन ला, और केवल पहनावा पहनण दे नाल रब दा मिलाप हो जाए, ऐसा नहीं होएगा कदे भी, ना कदे होया है। सगों असली जोग दी जुगत जीवन दा ढंग गुरु पासों मिलदा है, जिसनों गुरमुख नाम प्राप्त होए। जो गुरु दे चरनां दी शरण विच आउंदा है, उहनूं हुकम दी सूझ मिलदी है, वो जीवन दी सही जुगती पछाणदा है। फिर उस जोगी दी नगरी विच उहदे जीवन दे अंदर सारे गुण आ वसते ने। भेखी जोग ना होए, केवल विखावे दे नाल कदे भी रब दा मिलाप नहीं हुंदा। नानक ऐसा विरला को जोगी, जिस घट प्रगट होए। को दा मतलब कोई। गुरु जी कहंदे ने जिहदे हिरदे दे अंदर रब प्रगट हो गया है। हिरदे दा मतलब सोच, जिहदी सोच दे अंदर रब प्रगट हो गया है, जिहदी सोच दे अंदर रब्बी गुण आ गए ने। देखो ये सोचण वाली, विचारन वाली, समझण वाली गल है कि साडी सोच दे अंदर भी कदे विकार ना आए। झूठ बोलना तो दूर दी गल, झूठ बोलण बारे कदे सोचे भी ना। विकार कमाना दूर की गल, विकारां बारे सोच भी, संकल्प भी, विकल्प भी, विचार भी पैदा, फुरना भी पैदा ना हो। ਉਹਨੂੰ ਕਹਿੰਦੇ ਨੇ ਹਿਰਦੇ ਦੇ ਅੰਦਰ ਸੱਚ ਦਾ ਵਸ ਜਾਣਾ। ਤਾਂ ਜਿਹਦੀ ਸੋਚ ਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਗਏ ਨੇ, ਜਿੱਥੇ ਸੋਚ ਦੇ ਅੰਦਰ, ਮੈਂਟੈਲਿਟੀ ਦੇ ਅੰਦਰ ਸ਼ੁਭ ਗੁਣ ਆਵਸੇ ਨੇ, ਇਹੋ ਜਿਹਾ ਵਿਰਲਾ ਜੋਗੀ ਇਸ ਸੰਸਾਰ ਦੇ ਅੰਦਰ ਹੈ ਜੁੜਿਆ ਹੋਇਆ। ਜੋ ਰੱਬ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ, ਉਹ ਵਿਰਲਾ ਹੈ। जोगी का मतलब रब नाल जुड़िया होया, मिलिया होया, जिहदे अंदर, जिहदी सोच दे अंदर रब्बी गुण प्रगट हो गए। पौड़ी आपे जंत उपायन आपे आधार। प्रभु ने आप ही जीवां नूं पैदा कीता है और आप ही उन्हां दा आसरा बनदा है। आपे जंत उपायन आपे आधार, यानी प्रभु आप ही जीव जनता नूं पैदा करन वाला है। जनता नूं पैदा करने वाला कोई होर देवी जां देवता नहीं है, ते आप ही जीवां नूं सहारा दे रहा है। यानी रब्बी हुक्म दे अंदर, कुदरती नियमावली दे अंदर ये जीव जंत सारे पैदा हो रहे हैं, और शरीरक जिंदगी जीण वास्ते सारियां नूं इस कुदरत दे अंदरों सहारा मिल रहा है। खाण पीण दे पदार्थ आदि मिल रहे हैं। दूजी गल यह है कि जेड़े प्रभु दे चरनां दी शरण विच आ जांदे ने, ਉਹਨਾਂ ਨੂੰ ਆਤਮਿਕ ਜੀਵਨ ਦਾ ਆਧਾਰ ਔਰ ਬੇਸ ਵੀ ਆਪ ਬਖਸ਼ਦਾ ਹੈ। ਜੇ ਅਸੀਂ ਰੱਬੀ ਸ਼ਰਨ ਵਿੱਚ ਜਾਈਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ, ਅਸੀਂ ਸਤ ਸੰਤੋਖ ਦਇਆ ਧਰਮ ਨਿਰਭੈਤਾ ਨਿਰਵੈਰਤਾ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈਏ, ਸਾਡੀ ਸੋਚ ਇਹਨਾਂ ਗੁਣਾਂ ਦੇ ਉੱਤੇ ਉਸਰੇ, ਉਹਨੂੰ ਕਹਿੰਦੇ ਨੇ ਆਧਾਰ। ਤਾਂ ਜੋ ਰੱਬੀ ਸ਼ਰਨ ਵਿੱਚ ਆਉਂਦੇ ਨੇ, ਆਪ ਹੀ ਉਹਨਾਂ ਨੂੰ ਆਤਮਿਕ ਜੀਵਨ ਦਾ ਆਧਾਰ ਵੀ ਦਿੰਦਾ ਹੈ। आपे सूखम भालीए
आपे पासार। सूक्ष्म का मतलब सूक्ष्म जो दिसता नहीं है, जिसकी हस्ती ते होवे लेकिन नजरी ना पैंदा होवे, ਉਹਨੂੰ ਕਹਿੰਦੇ ਨੇ सूक्ष्म। पासार का मतलब पसारा, सथूल, आ जो कुछ दिस रहा है संसार का खिलार। सूक्ष्म का मतलब सूक्ष्म जो दिसता नहीं। आप ही प्रभु सूक्ष्म वेखीदा है और आप ही संसार का परपंच रूप है। यानी जो ना दिसन वाला है वो भी आप है, और आ जो दिस रहा है संसार ये भी आप है, वखरा नहीं है। हुण इह चीज नूं ना समझ लो थोड़ा जिहा, सूक्ष्म की है और ਵੱਡਾ ਜਿਹੜਾ ਪਸਾਰ ਹੈ ਉਹ ਕੀ ਹੈ। ਹੁਣ ਇਸ ਜਗਤ ਦੇ ਅੰਦਰ ਧਰਤੀ ਸਾਨੂੰ ਦਿਸ ਰਹੀ ਹੈ, ਲੇਕਿਨ ਇਹ ਧਰਤੀ ਦੇ ਅੰਦਰ ਗ੍ਰੇਵਿਟੀ ਫੋਰਸ ਹੈ ਉਹ ਸਾਨੂੰ ਦਿਸਦੀ ਨਹੀਂ, ਉਹ ਸੂਖਸ਼ਮ ਹੈ। ਹਾਈਡਰੋਜਨ ਤੇ ਆਕਸੀਜਨ ਨੂੰ ਅਸੀਂ ਦੇਖ ਸਕਦੇ ਹਾਂ, ਬੇਸ਼ੱਕ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ, ਲੇਕਿਨ ਕਿਸੇ ਯੰਤਰ ਦੇ ਨਾਲ ਹਾਈਡਰੋਜਨ ਆਕਸੀਜਨ ਦੇ ਅਣੂ ਪਰਮਾਣੂ ਵੇਖੇ ਜਾ ਸਕਦੇ ਨੇ। लेकिन जो हाइड्रोजन और ऑक्सीजन मिलाईदा है ते वो मिलन दे नाल जदों पानी बन जांदा ना, वो नियम नहीं दिसते। नियम है ने पर नियम दिसते नहीं। हुण कणक बीजीए ना जमीन दे अंदर, कणक दा बीज भी दिसदा है, मिट्टी भी नजरी पैंदी है। जदों कणक जमीन चों उगदी है वो भी दिस पैंदी है, लेकिन जिहड़ा नियम है ना वो नियम नहीं दिसदा। नियम है पर दिस नहीं रहा। ਤਾਂ ਇਸ ਤਰ੍ਹਾਂ ਇਹ ਸਾਰਾ ਸੰਸਾਰ ਰੂਪ ਪ੍ਰਭੂ ਆਪ ਹੈ ਤੇ ਆਪ ਹੀ ਨਿਯਮ ਰੂਪ ਵੀ ਹੈ। ਨਿਯਮ ਰੂਪ ਆਪ ਹੀ ਹੈ, ਸੂਖਸ਼ਮ ਵੀ ਆਪ ਹੈ, ਨਾ ਦਿਸਣ ਵਾਲਾ ਵੀ ਆਪ ਹੈ, ਜਿਹਨੂੰ ਅਸੀਂ ਨਿਰਗੁਣ ਕਹਿੰਦੇ ਆ ਉਹ ਵੀ ਆਪ ਹੈ, ਤੇ ਜੋ ਪ੍ਰਸਾਰਾ ਹੈ ਇਹ ਵੀ ਆਪ ਹੈ। ਯਾਨੀ ਉਹ ਵੱਖਰਾ ਨਹੀਂ ਹੈ ਕਿ ਇਸ ਸੰਸਾਰ ਦੇ ਨਾਲੋਂ ਵੱਖਰਾ ਕਿਤੇ ਬੈਠਾ ਹੋਵੇ, ਉੱਤੇ ਆਕਾਸ਼ ਮੰਡਲਾਂ ਵਿੱਚ ਕਿਤੇ ਵੱਖਰਾ ਬਾਬਾ ਬਣ ਕੇ ਬੈਠਾ ਹੋਵੇ, ਉਵੇਂ ਦਾ ਨਹੀਂ ਹੈ। ਆਪ ਹੀ ਸੂਖਸ਼ਮ ਹੈ, आप ही अस्थूल है, आप निर्गुण है, आप सरगुण है, असारा पसारा उसे दा ही है। अगला बचन गुरुदेव पातशाह जी कर रहे ने, आप एकांती होए रहे आपे वड परिवार। इनू एकाती नहीं पढ़ना, एकांती। एकांती दा मतलब इकल्ला, एकांत विच रहन वाला। आप इकल्ला हो के रहिंदा है ते आप ही वड परिवार वाला है। इत्थे भी ओही निर्गुण सरगुण दी गल है। एकांती दा मतलब इकल्ला भाव निर्गुण, ते वड परिवार का मतलब है जिहड़ा वड्डा पसारा है ये आप ही एकांती है और आप ही वड्डे परिवार वाला है। भाव सूक्ष्म अस्थूल आप ही है। नानक मंगे दान हर संता रेनार। रेनार का मतलब चरना दी धूड़ी। गुरु नानक पातशाह जी बचन करते ने कि मैं तेरे प्यारियां दी चरण धूड़ मंगदा हाँ। संतां दा मतलब जिहड़े तेरे प्यारे ने। जिवें आपां पहला भी विचारिया है कि संत शब्द दे 4-5 अर्थ गुरबाणी दे विच मिलदे ने, जिन्हां अर्थां दे विच वरतिया है गुरबाणी दे अंदर संत शब्द। जिवें भाग हुआ गुर संत मिलाया, उत्थे संत दा मतलब है रब। सुखमनी साहिब विच जो संत शब्द है, संत शरण जो जन भरै, उत्थे संत दा मीनिंग है गुरु। अमृत दृष्ट पेखै होए संत, इत्थे संत का मतलब है शांत। कि जदों गुरु किसी ते रहमत भरी नजर करता है, ज्ञान की दात दिंदा है, तां वो बंदा शांत हो जाता है, उहदे अंदरों विकारां दी अग बुझ जाती है। संत का मतलब शांत। ते चौथा मीनिंग है संत संग हर मन बसै। इत्थे संत का मतलब है सतसंगत। गुरु नानक देव दे सिख यानी सतसंगत दे अंदर प्रभु मन विच वसदा है। ते पंजवां संत का अर्थ है प्यारा जां दास। जिवें संत प्रहलाद की पैज हर राखी, जां नानक मंगे दान हर संतां रेनार। इत्थे संत का मीनिंग है प्यारे, रब्बी रजा विच तुरन वाले, सचियार। तां गुरु पातशाह जी कहंदे ने, हे प्रभु दास नानक तेरे चरनां दी शरण विच रहन वाले, तेरी रजा विच तुरन वाले सचियार पुरुषां दी चरण धूड़ मंगदा है। मेरे ते रहमत होए कि मैं भी उन्हां राहां ते तुर सकां। चरण धूड़ मंगन का मतलब कि उन्हां राहां दे उत्ते असीं भी चल सकीए। होर दातार ना सुझई तू देवनहार। दाता देन वाला, सुख देन वाला, जीवन देन वाला केवल तू ही है।
मैनू होर दातार दातां देण वाला इस दुनिया विच कोई नजर नहीं आउंदा। सुझई दा मतलब दिसदा नहीं, सुझदा नहीं, दिसदा नहीं, नजरी नहीं पैंदा। तू ही दातां देण वाला है, होर कोई दाता दातां देण वाला मैनू सुझदा नहीं, मैनू दिसदा नहीं, नजरी नहीं पैंदा। मेरी नजर थल्ले कोई नहीं है कि जो तेरे हुक्म तो उल्ट कुछ करके दात दे सके। सारियां दातां तेरियां ने, तू ही दातां देण वाला है, तू ही सूखम है, तू ही अस्तूल है। तेरी रजा दे अंदर सुख शांति आनंद खेड़ा और प्रसन्नता आदि दी दात मिलदी है। ते तेरे हुक्म दी सूझ और समझ गुरु दे ज्ञान राही आउंदी है। जो गुरु ज्ञान मुताबिक जिंदगी जींदे हन वो तेरे हुक्म नूं समझदे हन और तेरे हुक्म रजा विच चल के तेरे नाल अभेद हो के वो तेरा ही रूप हो जाते हैं। तो अज दी विचार इत्थे समाप्त करते हैं जी। जो बिहागड़े की वार है ये 21वीं और लास्ट पौड़ी सी, इत्थे ये वार समाप्त हुंदी है। हुण अगली विचार जो करांगे उस संगत दे नाल फिर अगले प्रोग्राम विच दस दिता जाएगा। अज दी इस वार दे विच आप नूं की नवां सीखण नूं मिलिया वो विचार आप अपने रख सकते हो। जे किस दा कोई छोटा मोटा सवाल है वो पूछ सकते हो, क्योंकि साडे कोल हाले टाइम काफी है। इसलिए जो भी आपने इस बिहागड़ा की वार दे अंदर सिक्ख्या या समझिया है ਉਹਦੇ बारे आप दस सकते हो अपने विचार। और जो मेरी कोई गलती भुल है ਉਹਦੀ मैं मुआफी भी चाहांगा और आप ਉਹਨੂੰ दुरुस्त भी करा सकते हो, क्योंकि तुसीं सारे सियाणे पढ़े लिखे वीर भैणा हो। अपनी कोई सुजैशन देनी चाहो तो वो दे सकते हो। अगला जो प्रोग्राम है वो फिर संगतां नूं दस दिता जाएगा। मैं इत्थे खिमा दा जाचक हाँ। वाहिगुरू जी का खालसा, वाहिगुरू जी